Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 154ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਮਹਿਲਾ ਪਹਿਲਾ। ਕਿਰਤ ਪਿਆ ਨਹਿ ਮੇਟੈ ਕੋਏ, ਕਿਆ ਜਾਣੈ ਕਿਆ ਆਗੈ ਹੋਏ। ਜੋ ਤਿਸ ਭਾਣਾ ਸੋਈ ਹੂਆ, ਅਵਰ ਨਾ ਕਰਨਾ ਵਾਲਾ ਦੂਆ। ਕਿਰਤ ਪਿਆ ਤੋਂ ਭਾਵ ਜੋ ਅਸੀਂ ਹੁਣ ਤੱਕ ਕਰਮ ਕੀਤੇ ਹਨ। ਜਿਸ ਤਰ੍ਹਾਂ ਦੇ ਵੀ ਕਾਰਜ ਅਸੀਂ ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਹਨ, ਉਹਨਾਂ ਕਾਰਜਾਂ ਦੇ ਕਰਕੇ ਜਿਸ ਤਰ੍ਹਾਂ ਦੀ ਵੀ ਸਾਡੀ ਸੋਚ ਬਣੀ ਹੈ, ਜੋ ਵੀ ਖਿਆਲਾਤ ਸਾਡੇ ਮਨ ਦੇ ਵਿੱਚ ਉਪਜੇ ਹਨ, ਉਹਨਾਂ ਨੂੰ ਮੇਟਿਆ ਨਹੀਂ ਜਾ ਸਕਦਾ, ਉਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਕਿਆ ਜਾਣਾ ਕਿਆ ਆਗਾ ਹੋਏ, ਤੇ ਇਹ ਗੱਲ ਵੀ ਜਾਣੀ ਨਹੀਂ ਜਾ ਸਕਦੀ ਵੀ ਅੱਗੇ ਕੀ ਹੋਣਾ ਹੈ। ਜੋ ਤਿਸ ਭਾਣਾ ਸੋਈ ਹੂਆ, ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਅਵਰ ਨਾ ਕਰਨਾ ਵਾਲਾ ਦੂਆ, ਉਸ ਪਰਮਾਤਮਾ ਤੋਂ ਬਿਨਾਂ ਸਭ ਕੁਝ ਕਰਨੇ ਵਾਲਾ ਹੋਰ ਕੋਈ ਦੂਜਾ ਨਹੀਂ ਹੈ। ਇਨਡਾਇਰੈਕਟ ਤੌਰ ਤੇ ਇਹਨਾਂ ਪੰਕਤੀਆਂ ਦੇ ਰਾਹੀਂ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਮਨੁੱਖ ਹੈ ਉਹ ਸੋਚਦਾ ਹੈ ਕਿ ਮੈਂ ਜੋ ਕਾਰਜ ਕਰਦਾ ਹਾਂ ਉਸ ਅਨੁਸਾਰ ਮੇਰੀ ਜ਼ਿੰਦਗੀ ਬਣਦੀ ਹੈ। ਮੇਰੀ ਜ਼ਿੰਦਗੀ ਅੱਜ ਜਿੱਦਾਂ ਦੀ ਵੀ ਹੈ ਉਹਦਾ ਜ਼ਿੰਮੇਵਾਰ ਮੈਂ ਹਾਂ। ਅਸੀਂ ਇਹ ਮੰਨਦੇ ਹਾਂ ਕਿ ਮੈਂ ਆਪਣੇ ਦਮ ਤੇ ਆਪਣੀ ਜ਼ਿੰਦਗੀ ਖੜੀ ਕੀਤੀ ਹੈ, ਆਪਣੇ ਦਮ ਤੇ ਕੁਝ ਹਾਸਲ ਕੀਤਾ ਹੈ। ਪਰ ਗੁਰੂ ਜੀ ਕਹਿ ਰਹੇ ਨੇ ਕਿ ਜੋ ਤਿਸ ਭਾਣਾ ਸੋਈ ਹੂਆ, ਕਿ ਜੋ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਨਾ ਜਾਣਾ ਕਰਮ ਕੇਵ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ। ਕਹਿੰਦੇ ਜੋ ਮਨੁੱਖ ਹੈ ਉਹ ਤੇ ਇਹ ਵੀ ਨਹੀਂ ਜਾਣ ਪਾਉਂਦਾ ਕਿ ਉਹਦੇ ਖੁਦ ਦੇ ਕਰਮਾਂ ਦੀ ਕੀਮਤ ਕਿੰਨੀ ਹੈ। ਜੋ ਉਹਨੇ ਕਰਮ ਕੀਤੇ ਹਨ, ਜੋ ਉਹਨੇ ਕਾਰਜ ਕੀਤੇ ਹਨ, ਮਨੁੱਖ ਉਹਨਾਂ ਦੀ ਵੀ ਕੀਮਤ ਨਹੀਂ ਪਾਉਣ ਦੇ ਯੋਗ ਹੈ। ਤੇ ਕੇਵੜ ਤੇਰੀ ਦਾਤ, ਤੇ ਤੂੰ ਜਿਹੜੀਆਂ ਇੰਨੀਆਂ ਬਖਸ਼ਿਸ਼ਾਂ ਮਨੁੱਖ ਦੇ ਉੱਪਰ ਕਰਦਾ ਹੈ ਉਹਨਾਂ ਦੀ ਕੀਮਤ ਉਹ ਕਿਵੇਂ ਪਾ ਸਕਦਾ ਹੈ। ਕਰਮ ਧਰਮ ਤੇਰੇ ਨਾਮ ਕੀ ਜਾਤ। ਕਹਿੰਦੇ ਕਿ ਤੇਰਾ ਨਾਮ ਹੀ ਮੇਰੀ ਜਾਤ ਹੈ, ਤੇਰਾ ਨਾਮ ਹੀ ਮੇਰਾ ਕਰਮ ਧਰਮ ਹੈ। ਤੂੰ ਏਵੜ ਦਾਤਾ ਦੇਵਨਹਾਰ, ਤੋਟ ਨਾਹੀ ਤੁਧ ਭਗਤ ਭੰਡਾਰ। ਕਹਿੰਦੇ ਹੇ ਪ੍ਰਮਾਤਮਾ, ਤੂੰ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡੀਆਂ ਦਾਤਾਂ ਦੇਣ ਵਾਲਾ ਹੈ। ਤੂੰ ਏਵੜ ਦਾਤਾ ਦੇਵਨਹਾਰ, ਤੋਟ ਨਾਹੀ ਤੁਧ ਭਗਤ ਭੰਡਾਰ। ਤੂੰ ਆਪਣੀ ਭਗਤੀ ਦੀਆਂ ਦਾਤਾਂ ਵੀ ਜੀਵਾਂ ਨੂੰ ਬਖਸ਼ਦਾ ਹੈ ਤੇ ਤੇਰੀ ਭਗਤੀ ਦੇ ਭੰਡਾਰਿਆਂ ਦੇ ਵਿੱਚ ਕਦੇ ਵੀ ਤੋਟ ਨਹੀਂ ਆਉਂਦੀ। ਕੀਆ ਗਰਭ ਨਾ ਆਵੈ ਰਾਸ। ਗਰਭ ਹੁੰਦਾ ਹੈ ਜੀ ਹੰਕਾਰ। ਕਹਿੰਦੇ ਹੰਕਾਰ ਕੀਤਾ ਹੋਇਆ ਕਦੇ ਰਾਸ ਨਹੀਂ ਆਉਂਦਾ। ਜਿਉ ਪਿੰਡ ਸਭ ਤੇਰਾ ਪਾਸ। ਮਨੁੱਖ ਦਾ ਸਰੀਰ ਵੀ ਤੇ ਮਨੁੱਖ ਦੇ ਸਰੀਰ ਅੰਦਰਲੀ ਜਾਨ ਵੀ ਸਾਰੇ ਹੀ ਤੇਰੇ ਆਸਰੇ ਜਿਉਂਦੇ ਹਨ, ਤੇਰੇ ਪਾਸ ਹਨ, ਤੇਰੇ ਕੋਲ ਹਨ। ਤੂੰ ਮਾਰ ਜਵਾਲਾ ਬਖਸ਼ ਮਿਲਾਏ। ਕਿਉਂਕਿ ਮਨੁੱਖ ਦਾ ਸਰੀਰ ਤੇ ਜਿੰਦ ਤੇਰੇ ਕੋਲ ਹਨ, ਇਸ ਲਈ ਜਦੋਂ ਤੇਰਾ ਦਿਲ ਕਰਦਾ ਹੈ ਤੂੰ ਜੀਵਨ ਬਖਸ਼ਦਾ ਹੈ, ਜਦੋਂ ਤੇਰਾ ਦਿਲ ਕਰਦਾ ਹੈ ਤੂੰ ਮ੍ਰਿਤਿਉ ਬਖਸ਼ ਦਿੰਦਾ ਹੈ, ਮੌਤ ਬਖਸ਼ ਦਿੰਦਾ ਹੈ। ਤੂੰ ਮਾਰ ਜਵਾਲਾ, ਕਿ ਜੀਵਨ ਦੇਣ ਵਾਲਾ ਵੀ ਤੂੰ ਹੀ ਹੈ, ਮਾਰਨ ਵਾਲਾ ਵੀ ਤੂੰ ਹੀ ਹੈ। ਬਖਸ਼ ਮਿਲਾਏ, ਤੇ ਜੀਵਾਂ ਦੇ ਪਾਪਾਂ ਨੂੰ ਬਖਸ਼ ਕੇ ਆਪਣੇ ਅੰਦਰ ਸਮਾ ਲੈਣ ਵਾਲਾ ਵੀ ਤੂੰ ਹੀ ਹੈ। ਜਿਉ ਭਾਵੀ ਤਿਉ ਨਾਮ ਜਪਾਏ। ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਉਵੇਂ ਹੀ ਜੀਵਾਂ ਦੇ ਪਾਸੋਂ ਆਪਣਾ ਨਾਮ ਜਪਵਾਉਂਦਾ ਹੈ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ। ਦਾਨਾ ਤੋਂ ਭਾਵ ਦਿਲਾਂ ਦੀਆਂ ਜਾਣਨ ਵਾਲਾ, ਬੀਨਾ ਤੋਂ ਭਾਵ ਸਭ ਕੁਝ ਦੇਖਣ ਵਾਲਾ। ਕਹਿੰਦੇ ਤੂੰ ਮੇਰੇ ਦਿਲ ਦੀਆਂ ਜਾਣਨ ਵਾਲਾ ਵੀ ਹੈ, ਤੂੰ ਮੇਰੇ ਸਾਰੇ ਕੀਤੇ ਕਰਮਾਂ ਨੂੰ ਦੇਖਣ ਵਾਲਾ ਵੀ ਹੈ। ਤੂੰ ਸੱਚਾ ਵੀ ਹੈ, ਸਦਾ ਥਿਰ ਰਹਿਣ ਵਾਲਾ ਹੈ, ਤੇ ਮੇਰੇ ਸਿਰ ਦੇ ਉੱਪਰ ਮੇਰਾ ਆਸਰਾ ਵੀ ਹੈ, ਮੇਰਾ ਰਾਖਾ ਵੀ ਹੈ। ਗੁਰਮਤਿ ਦੇ ਭਰੋਸਾ ਤੇਰਾ। ਕਹਿੰਦੇ ਮੈਨੂੰ ਤੇਰੇ ਤੇ ਯਕੀਨ ਹੈ ਕਿ ਤੂੰ ਮੈਨੂੰ ਗੁਰੂ ਦੀ ਮੱਤ ਦੇਵੇਂਗਾ, ਤੂੰ ਮੈਨੂੰ ਗੁਰੂ ਦੀ ਸਿੱਖਿਆ
ਪ੍ਰਦਾਨ ਕਰੇਗਾ। ਤਨ ਮਹਿ ਮੈਲ ਨਾਹੀਂ ਮਨ ਰਾਤਾ, ਜਿਨ੍ਹਾਂ ਮਨੁੱਖਾਂ ਦਾ ਮਨ ਉਸ ਪ੍ਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਹੁੰਦਾ ਹੈ, ਉਹਨਾਂ ਦੇ ਤਨ ਤੇ ਉੱਤੇ ਵੀ ਵਿਕਾਰਾਂ ਦੀ ਮੈਲ ਨਹੀਂ ਹੁੰਦੀ। ਗੁਰਬਚਨੀ ਸੱਚ ਸ਼ਬਦ ਪਛਾਤਾ, ਤੇ ਉਹ ਗੁਰੂ ਦੇ ਬਚਨਾਂ ਦੇ ਉੱਤੇ ਚੱਲ ਕੇ, ਗੁਰੂ ਦੀਆਂ ਸਿੱਖਿਆਵਾਂ ਨੂੰ ਫੋਲੋ ਕਰਕੇ, ਗੁਰੂ ਦੇ ਸ਼ਬਦਾਂ ਦੇ ਰਾਹੀਂ ਉਸ ਸੱਚ ਨੂੰ, ਉਸ ਪ੍ਰਮਾਤਮਾ ਨੂੰ ਪਛਾਣ ਲੈਂਦੇ ਹਨ ਤੇ ਉਹਦੇ ਨਾਲ ਸਾਂਝ ਕਾਇਮ ਕਰ ਲੈਂਦੇ ਹਨ। ਤੇਰਾ ਤਾਣ ਨਾਮ ਕੀ ਵਡਿਆਈ, ਕਹਿੰਦੇ ਮੈਨੂੰ ਕਿਸੇ ਹੋਰ ਦਾ ਆਸਰਾ ਨਹੀਂ, ਮੈਨੂੰ ਤੇਰਾ ਤਾਣ, ਤੇਰੀ ਤਾਕਤ ਦਾ ਆਸਰਾ ਹੈ। ਇਸੇ ਲਈ ਮੈਂ ਹਮੇਸ਼ਾ ਤੇਰੇ ਨਾਮ ਦੀ ਵਡਿਆਈ ਕਰਦਾ ਹਾਂ। ਨਾਨਕ ਰਹਿਣਾ ਭਗਤ ਸਰਨਾਈ, ਹੇ ਨਾਨਕ ਇਹ ਆਖ ਕਿ ਮੇਰੇ ਵਾਂਗ ਹੋਰ ਵੀ ਜਿਹੜੇ ਜੀਵ ਉਸ ਪ੍ਰਮਾਤਮਾ ਦੇ ਨਾਲ ਸਾਂਝ ਕਾਇਮ ਰੱਖਦੇ ਹਨ, ਉਸ ਪ੍ਰਮਾਤਮਾ ਦਾ ਆਸਰਾ ਤੱਕਦੇ ਹਨ, ਹੋਰ ਕਿਸੇ ਦਾ ਆਸਰਾ ਨਹੀਂ ਤੱਕਦੇ, ਉਹ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੇ ਹਨ। ਗੌੜੀ ਮਹਿਲਾ ਪਹਿਲਾ। ਜਿਨ ਅਕਥ ਕਹਾਇਆ ਅਪਿਓ ਪਿਆਇਆ, ਅੰਨ ਭੈ ਵਿਸਰੇ ਨਾਮ ਸਮਾਇਆ। ਕਹਿੰਦੇ ਜਿਹੜੇ ਮਨੁੱਖਾਂ ਨੇ ਉਸ ਅਕਥ ਪਰਮਾਤਮਾ ਨੂੰ, ਅਕਥ ਤੋਂ ਭਾਵ ਉਹ ਜਿਹਦੇ ਸਾਰੇ ਗੁਣ ਬਿਆਨ ਨਾ ਕੀਤੇ ਜਾ ਸਕਣ, ਕਹਿੰਦੇ ਜਿਨ੍ਹਾਂ ਨੇ ਉਸ ਅਕਥ ਪਰਮਾਤਮਾ ਦਾ ਨਾਮ ਜਪਿਆ ਹੈ ਤੇ ਦੂਜਿਆਂ ਨੂੰ ਜਪਾਇਆ ਹੈ, ਉਹਨਾਂ ਨੇ ਅਪਿਓ ਭਾਵ ਅੰਮ੍ਰਿਤ ਨਾਮ ਖੁਦ ਵੀ ਪੀਤਾ ਹੈ, ਖੁਦ ਵੀ ਸਰਵਣ ਕੀਤਾ ਹੈ ਤੇ ਦੂਸਰਿਆਂ ਨੂੰ ਵੀ ਸਰਵਣ ਕਰਾਇਆ ਹੈ। ਤੇ ਅਜਿਹਾ ਕਰਨ ਨਾਲ ਉਹਨਾਂ ਦੇ ਅੰਨ ਭੈ ਵਿਸਰੇ, ਅੰਨ ਤੋਂ ਭਾਵ ਅਨੇਕ, ਕਿ ਉਹਨਾਂ ਦੇ ਅਨੇਕ ਭੈ ਸੀ, ਜਿਹੜੇ ਡਰ ਸੀ, ਉਹ ਵਿਸਰ ਜਾਂਦੇ ਨੇ, ਦੂਰ ਹੋ ਜਾਂਦੇ ਨੇ ਤੇ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾ ਜਾਂਦੇ ਨੇ। ਕਿਆ ਡਰੀਐ ਡਰ ਡਰੈ ਸਮਾਨਾ, ਕਹਿੰਦੇ ਜਦੋਂ ਹਰ ਪ੍ਰਕਾਰ ਦੇ ਡਰ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਖਤਮ ਹੋ ਜਾਂਦੇ ਨੇ, ਭਾਵ ਕਿ ਜਦੋਂ ਤੁਸੀਂ ਉਸ ਪ੍ਰਮਾਤਮਾ ਦਾ ਨਾਮ ਆਪਣੇ ਅੰਦਰ ਵਸਾ ਲਿਆ ਤਾਂ ਤੁਹਾਡੇ ਸਾਰੇ ਡਰ ਖਤਮ ਹੋ ਜਾਂਦੇ ਨੇ। ਕਹਿੰਦੇ ਫਿਰ ਅਸੀਂ ਕਿਆ ਡਰੀਏ, ਕਿ ਕਿਉਂ ਅਸੀਂ ਡਰੀਏ, ਜਦੋਂ ਸਾਨੂੰ ਇਸ ਗੱਲ ਦਾ ਗਿਆਨ ਹੈ। ਪੂਰਾ ਗੁਰ ਕੈ ਸ਼ਬਦ ਪਛਾਨੈ, ਪਰ ਇਸ ਗੱਲ ਦੀ ਜੋ ਸਮਝ ਹੈ ਗੁਰੂ ਦੇ ਸ਼ਬਦਾਂ ਦੇ ਲੜ ਲੱਗ ਕੇ ਹੀ ਪੈਂਦੀ ਹੈ। ਗੁਰੂ ਦੇ ਸ਼ਬਦਾਂ ਬਿਨਾਂ ਇਸ ਗੱਲ ਦੀ ਸਮਝ ਨਹੀਂ ਪੈਂਦੀ ਤੇ ਨਾ ਹੀ ਉਸ ਪਰਮਾਤਮਾ ਦੀ ਪਛਾਣ ਹੁੰਦੀ ਹੈ। ਅਸਲ ਗੱਲ ਪਰਮਾਤਮਾ ਦੀ ਪਛਾਣ ਦੀ ਹੀ ਹੈ। ਜਦੋਂ ਅਸੀਂ ਉਸ ਨੂੰ ਪਛਾਣ ਲਿਆ, ਉਹਦੇ ਨਾਲ ਸਾਂਝ ਕਾਇਮ ਕਰ ਲਈ, ਤਾਂ ਇਸ ਗੱਲ ਦੀ ਸਮਝ ਆਪਣੇ ਆਪ ਹੀ ਪੈ ਜਾਂਦੀ ਹੈ ਕਿ ਉਹਦੇ ਨਾਮ ਦੇ ਵਿੱਚ ਜੁੜਿਆ, ਉਹਦੇ ਨਾਲ ਸਾਂਝ ਪਾਇਆ, ਬਾਕੀ ਦੇ ਹਰ ਪ੍ਰਕਾਰ ਦੇ ਡਰ ਖਤਮ ਹੋ ਜਾਂਦੇ ਨੇ। ਰਹਾਉ ਜਿਸ ਨਰ ਰਾਮ ਹਿਰਦੈ ਹਰ ਰਾਸ, ਸਹਿਜ ਸੁਭਾਏ ਮਿਲੇ ਸਾਬਾਸ। ਜਿਸ ਨਰ ਭਾਵ ਕਿ ਜਿਹੜੇ ਵੀ ਜੀਵ ਦੇ ਹਿਰਦੇ ਦੇ ਵਿੱਚ, ਹਿਰਦੇ ਦੇ ਵਿੱਚ ਉਹ ਰਾਮ ਵਸਦਾ ਹੈ, ਉਹ ਪਰਮਾਤਮਾ ਵਸਦਾ ਹੈ, ਜਿਸ ਨੇ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਰਸ ਰੂਪੀ ਪੂੰਜੀ ਇਕੱਠੀ ਕੀਤੀ ਹੈ, ਉਹ ਸਹਿਜ ਸੁਭਾਅ ਹੋ ਜਾਂਦਾ ਹੈ, ਉਹ ਅਡੋਲਤਾ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਉਸ ਨੂੰ ਲੋਕ ਪਰਲੋਕ ਦੇ ਵਿੱਚ ਸ਼ਾਬਾਸ਼ ਮਿਲਦੀ ਹੈ, ਸ਼ਾਬਾਸ਼ ਮਿਲਦੀ ਹੈ। ਜਾਹੇ ਸਵਾਰੈ ਸਾਜ ਬਿਆਲ, ਇਤ ਉਤ ਮਨਮੁਖ ਵਾਧੇ ਕਾਲ। ਤੇ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਸਾਜ ਬਿਆਲ ਭਾਵ ਸੁਬਾਹ ਤੇ ਸ਼ਾਮ ਮਾਇਆ ਦੀ ਨੀਂਦੇ ਸਵਾਰੈ, ਸਵਾਰੈ ਤੋਂ ਭਾਵ ਸਵਾਈ ਰੱਖਣਾ, ਸੁੱਤੇ ਰਹਿਣਾ। ਕਹਿੰਦੇ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਸੁਬਾਹ ਸ਼ਾਮ ਮਾਇਆ ਦੀ ਨੀਂਦੇ ਸਵਾਈ ਰੱਖਦਾ ਹੈ, ਇਤ ਉਤ ਮਨਮੁਖ ਵਾਧੇ ਕਾਲ, ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਇਤ ਉਤ ਭਾਵ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਵਾਧੇ ਕਾਲ ਮੌਤ ਦੇ ਸਹਿਮ ਦੇ ਵਿੱਚ ਵੱਜੇ ਰਹਿੰਦੇ ਹਨ। ਉਹ ਜਦੋਂ ਖੁਸ਼ ਹੁੰਦੇ ਨੇ ਉਦੋਂ ਵੀ ਉਹਨਾਂ ਦੇ ਉੱਪਰ ਮੌਤ ਦਾ ਡਰ ਹੁੰਦਾ ਹੈ, ਜਦੋਂ ਦੁਖੀ ਹੁੰਦੇ ਨੇ ਉਦੋਂ ਵੀ ਉਹਨਾਂ ਉੱਪਰ ਮੌਤ ਦਾ ਡਰ ਹੁੰਦਾ ਹੈ। ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਮਹਿਸੂਸ ਨਹੀਂ ਹੁੰਦੀ। ਅਹਨਿਸ ਰਾਮ ਹਿਰਦੈ ਸੇ ਪੂਰੇ, ਅਹਨਿਸ ਤੋਂ ਭਾਵ ਦਿਨ ਰਾਤ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਦਿਨ ਰਾਤ ਉਸ ਪਰਮਾਤਮਾ ਦਾ ਨਾਮ ਵਸਦਾ ਹੈ, ਸੇ ਪੂਰੇ, ਉਹ ਪੂਰਨ ਮਨੁੱਖ ਹਨ। ਨਾਨਕ ਰਾਮ ਮਿਲੇ ਭਰਮ ਦੂਰੇ, ਹੇ ਨਾਨਕ ਜਦੋਂ ਉਹ ਰਾਮ ਮਿਲ ਜਾਂਦਾ ਹੈ, ਜਦੋਂ ਉਹ ਪਰਮਾਤਮਾ ਮਿਲ ਜਾਂਦਾ ਹੈ, ਤਾਂ ਬਾਕੀ ਦੇ ਸਾਰੇ ਜੋ ਭਰਮ ਨੇ, ਭਟਕਣਾ ਨੇ, ਉਹ
ਦੂਰ ਹੋ ਜਾਂਦੀਆਂ ਨੇ। ਗੌੜੀ ਮਹਿਲਾ ਪਹਿਲਾ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੈ ਆਕਾਰ। ਤੀਨ ਅਵਸਥਾ ਕਹਿ ਵਖਿਆਨ, ਤੁਰੇ ਅਵਸਥਾ ਸਤਿਗੁਰ ਤੇ ਹਰ ਜਾਨ। ਜਿਹੜਾ ਮਨੁੱਖ, ਜਿਹੜਾ ਜੀਵ ਤ੍ਰੈ ਗੁਣੀ, ਤਿੰਨ ਗੁਣੀ ਸੰਸਾਰ ਦਾ ਹਿੱਤ ਕਰਦਾ ਹੈ, ਮੋਹ ਕਰਦਾ ਹੈ, ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ। ਹੁਣ ਸੰਸਾਰ ਦੇ ਤਿੰਨ ਗੁਣ ਕਿਹੜੇ ਹਨ? ਪਹਿਲਾਂ ਵੀ ਕਈ ਵਾਰ ਅਸੀਂ ਦੱਸ ਚੁੱਕੇ ਹਾਂ। ਸੰਸਾਰ ਦੇ ਤਿੰਨ ਗੁਣ ਹਨ ਰਜੋ, ਸਤੋ ਤੇ ਤਮੋ। ਸਤੋ ਤੋਂ ਭਾਵ ਹੈ ਗਿਆਨ, ਰਜੋ ਤੋਂ ਭਾਵ ਹੈ ਗਤੀ, ਕਿਰਿਆ, ਤੇ ਤਮੋ ਤੋਂ ਭਾਵ ਹੈ ਅਗਿਆਨਤਾ। ਕਹਿੰਦੇ ਜਿਹੜਾ ਜੀਵ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਬਿੰਨੇ ਹੋਏ ਇਸ ਸੰਸਾਰ ਦਾ ਹਿੱਤ ਕਰਦਾ ਹੈ, ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ। ਚਾਰੇ ਵੇਦ ਕਥਾ ਆਕਾਰ। ਚਾਰੇ ਵੇਦਾਂ ਦੇ ਵਿੱਚ ਵੀ ਇਹਨਾਂ ਹੀ ਤਿੰਨ ਗੁਣੀ ਸੰਸਾਰ ਦਾ ਜ਼ਿਕਰ ਕੀਤਾ ਗਿਆ ਹੈ, ਵਖਿਆਨ ਕੀਤਾ ਗਿਆ ਹੈ। ਤੀਨ ਅਵਸਥਾ ਕਹਿ ਵਖਿਆਨ। ਕਹਿੰਦੇ ਇਹ ਵੇਦ ਹੋ ਜਾਣ ਜਾਂ ਹੋਰ ਕੋਈ ਵੀ ਧਾਰਮਿਕ ਪੁਸਤਕਾਂ ਹੋ ਜਾਣ, ਉਹਨਾਂ ਦੇ ਵਿੱਚ ਜ਼ਿਆਦਾਤਰ ਤਿੰਨ ਗੁਣਾਂ ਦਾ ਹੀ ਜ਼ਿਕਰ ਕੀਤਾ ਜਾਂਦਾ ਹੈ, ਤਿੰਨ ਅਵਸਥਾਵਾਂ ਦਾ ਹੀ ਜ਼ਿਕਰ ਕੀਤਾ ਜਾਂਦਾ ਹੈ। ਤੁਰ ਅਵਸਥਾ ਸਤਿਗੁਰ ਤੇ ਹਰ ਜਾਨ। ਤੇ ਜਿਹੜੀ ਚੌਥੀ ਅਵਸਥਾ ਜਿਹਨੂੰ ਤੁਰ ਅਵਸਥਾ ਕਹਿੰਦੇ ਹਾਂ, ਉਹ ਸੱਚੇ ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਸ ਪਰਮਾਤਮਾ ਨੂੰ, ਉਸ ਹਰੀ ਨੂੰ ਜਾਣ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤੇ ਇਹ ਅਵਸਥਾ ਐਸੀ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਉਹ ਆਤਮਿਕ ਅਡੋਲਤਾ ਵਾਲੀ ਅਵਸਥਾ ਹੈ ਜਿਸ ਦੀ ਆਪਾਂ ਹਰ ਵਾਰ ਹੀ ਗੱਲ ਕਰਦੇ ਹਾਂ। ਰਾਮ ਭਗਤ ਗੁਰ ਸੇਵਾ ਤਰਨਾ। ਜੋ ਰਾਮ ਦੇ ਭਗਤ ਹਨ, ਜੋ ਉਸ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿਣ ਵਾਲੇ ਮਨੁੱਖ ਹਨ, ਉਹ ਗੁਰੂ ਦੀ ਦੱਸੀ ਹੋਈ ਸੇਵਾ ਦੇ ਉੱਤੇ ਚੱਲ ਕੇ ਤਰ ਜਾਂਦੇ ਹਨ, ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਜਾਂਦੇ ਹਨ। ਬੌੜ ਜਨਮ ਨਾ ਹੋਏ ਹੈ ਮਰਨਾ ਰਹਾਓ। ਕਹਿੰਦੇ ਫੇਰ ਬਾਅਦ ਦੇ ਵਿੱਚ ਉਹਨਾਂ ਦਾ ਨਾ ਜਨਮ ਹੁੰਦਾ ਹੈ ਨਾ ਮਰਨ ਹੁੰਦਾ ਹੈ। ਉਹਨਾਂ ਦਾ ਇਹ ਜਨਮ ਮਰਨ ਦਾ ਜੋ ਚੱਕਰ ਹੈ ਇਹ ਕੱਟਿਆ ਜਾਂਦਾ ਹੈ। ਉਹ ਮਨੁੱਖ ਉਸ ਤੁਰ ਅਵਸਥਾ ਨੂੰ ਹਾਸਲ ਕਰ ਲੈਂਦੇ ਹਨ। ਜਦੋਂ ਤੁਰ ਅਵਸਥਾ ਹਾਸਲ ਹੋ ਗਈ, ਆਤਮਿਕ ਅਡੋਲਤਾ ਹਾਸਲ ਹੋ ਗਈ, ਤਾਂ ਤੁਹਾਡਾ ਜਨਮ ਮਰਨ ਆਪੇ ਹੀ ਕੱਟਿਆ ਜਾਂਦਾ ਹੈ। ਫਿਰ ਤੁਸੀਂ ਨਾ ਦੁਖੀ ਹੁੰਦੇ ਹੋ ਨਾ ਖੁਸ਼ ਹੁੰਦੇ ਹੋ, ਹਮੇਸ਼ਾ ਹੀ ਸਥਿਰਤਾ ਵਾਲੀ ਸਥਿਤੀ ਦੇ ਵਿੱਚ ਰਹਿੰਦੇ ਹੋ। ਚਾਰ ਪਦਾਰਥ ਕਹੈ ਸਭ ਕੋਈ, ਸਿਮਰਤ ਸਾਸਤ ਪੰਡਤ ਮੁਖ ਸੋਈ। ਇਹ ਚਾਰ ਪਦਾਰਥ ਕਿਹੜੇ ਹਨ? ਧਰਮ, ਅਰਥ, ਕਾਮ ਤੇ ਮੁਕਤੀ। ਕਹਿੰਦੇ ਇਹਨਾਂ ਚਾਰ ਪਦਾਰਥਾਂ ਦੀ ਗੱਲ ਹਰ ਕੋਈ ਕਰਦਾ ਹੈ। ਸਮਿਰਤੀਆਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਤੇ ਪੰਡਤ ਵੀ ਆਪਣੇ ਮੁਖੋਂ ਇਹੀ ਬੋਲਦੇ ਹਨ, ਇਹਨਾਂ ਚਾਰ ਪਦਾਰਥਾਂ ਦੀ ਹੀ ਗੱਲ ਕਰਦੇ ਹਨ। ਬਿਨ ਗੁਰ ਅਰਥ ਵਿਚਾਰ ਨਾ ਪਾਇਆ। ਪਰ ਕਹਿੰਦੇ ਇਹਨਾਂ ਚਾਰਾਂ ਦੇ ਅਸਲੀ ਅਰਥ ਕੀ ਹਨ, ਇਹ ਗੁਰੂ ਤੋਂ ਬਿਨਾਂ ਸਮਝੇ ਨਹੀਂ ਜਾ ਸਕਦੇ। ਇਹਨਾਂ ਦੀ ਵਿਚਾਰ ਗੁਰੂ ਤੋਂ ਬਿਨਾਂ ਪਾਈ ਨਹੀਂ ਜਾ ਸਕਦੀ। ਮੁਕਤ ਪਦਾਰਥ ਭਗਤ ਹਰ ਪਾਇਆ। ਇਹ ਮੁਕਤੀ, ਇਹ ਤੁਰ ਅਵਸਥਾ, ਇਹ ਜੋ ਪਦਾਰਥ ਹੈ ਇਹ ਪਰਮਾਤਮਾ ਦੇ ਭਗਤ ਹੀ ਪ੍ਰਾਪਤ ਕਰ ਸਕਦੇ ਹਨ। ਇਹ ਮੁਕਤੀ ਕੋਈ ਉਹ ਨਹੀਂ ਜੋ ਆਮ ਤੌਰ ਤੇ ਪ੍ਰਚਲਿਤ ਸ਼ਬਦ ਹੈ, ਜਿਸ ਤੋਂ ਅਸੀਂ ਸਮਝਦੇ ਹਾਂ ਕਿ ਜਿਸ ਇਨਸਾਨ ਨੇ ਮੁਕਤੀ ਪ੍ਰਾਪਤ ਕਰ ਲਈ ਉਹ ਕਦੇ ਮਰੇਗਾ ਨਹੀਂ। ਇਹ ਉਹ ਮੁਕਤੀ ਨਹੀਂ ਹੈ। ਇਹ ਮੁਕਤੀ ਹੈ ਸੰਸਾਰ ਦੇ ਤਿੰਨਾਂ ਰੂਪਾਂ ਤੋਂ, ਮਾਇਆ ਤੋਂ, ਵਿਕਾਰਾਂ ਤੋਂ, ਜਨਮ ਮਰਨ ਦੇ ਚੱਕਰ ਤੋਂ। ਇੱਥੇ ਫਿਰ ਤੋਂ ਸਪਸ਼ਟ ਕਰਨਾ ਚਾਹਾਂਗੇ ਕਿ ਜਨਮ ਮਰਨ ਵੀ ਸਰੀਰਕ ਤੌਰ ਤੇ ਜਨਮ ਜਾਂ ਸਰੀਰਕ ਤੌਰ ਤੇ ਮੌਤ ਨਹੀਂ ਹੈ। ਜਨਮ ਮਰਨ ਤੋਂ ਵੀ ਤੁਹਾਡੇ ਮਨ ਦੀਆਂ ਅਵਸਥਾਵਾਂ ਦੀ ਗੱਲ ਹੋ ਰਹੀ ਹੈ। ਸੋ ਜਿਹੜੇ ਉਸ ਹਰੀ ਦੇ ਭਗਤ ਹਨ, ਉਸ ਪਰਮਾਤਮਾ ਨਾਲ ਸਾਂਝ ਜਿਨ੍ਹਾਂ ਨੇ ਪਾ ਲਈ ਹੈ, ਉਹ ਇਸ ਮੁਕਤੀ ਪਦਾਰਥ ਨੂੰ ਹਾਸਲ ਕਰ ਲੈਂਦੇ ਹਨ। ਜਾਕੈ ਹਿਰਦੈ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ। ਜਿਹਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ। ਹਾਲਾਂਕਿ ਵਸਦਾ ਤਾਂ ਹਰ ਇੱਕ ਜੀਵ ਦੇ ਅੰਦਰ ਹੀ ਹੈ, ਪਰ ਜਿਨੇ ਉਸ ਪਰਮਾਤਮਾ ਨੂੰ ਪ੍ਰਤੱਖ ਰੂਪ ਦੇ ਵਿੱਚ ਪਛਾਣ ਲਿਆ ਹੈ, ਜਿਨੇ ਇਹ ਗੱਲ ਪੂਰੀ ਤਰ੍ਹਾਂ ਦੇ ਨਾਲ ਮੰਨ ਲਈ ਹੈ ਕਿ ਉਹ ਪਰਮਾਤਮਾ ਮੇਰੇ ਅੰਦਰ ਹੀ ਵਸਦਾ ਹੈ, ਉਹੀ ਉਸ ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ। ਹਰ ਕੀ ਭਗਤੀ ਮੁਕਤ ਆਨੰਦ, ਗੁਰਮਤਿ ਪਾਏ ਪਰਮਾਨੰਦ।
ਤੇ ਜਦੋਂ ਤੁਹਾਨੂੰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਗਈ, ਉਸ ਭਗਤੀ ਦੇ ਰਾਹੀਂ ਤੁਸੀਂ ਮੁਕਤੀ ਦਾ ਆਨੰਦ ਪ੍ਰਾਪਤ ਕਰ ਸਕਦੇ ਹੋ। ਪਰ ਇਹ ਸਾਰਾ ਕੁਝ ਹੀ ਗੁਰਮਤਿ ਦੇ ਨਾਲ ਹਾਸਲ ਹੁੰਦਾ ਹੈ, ਗੁਰੂ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਹਾਸਲ ਹੁੰਦਾ ਹੈ। ਤੇ ਜਦੋਂ ਹਾਸਲ ਹੋ ਜਾਂਦਾ ਹੈ ਤਾਂ ਫਿਰ ਪਰਮਾਨੰਦ ਦੀ ਅਵਸਥਾ ਤੁਸੀਂ ਹਾਸਲ ਕਰਦੇ ਹੋ, ਉੱਚੇ ਤੋਂ ਉੱਚਾ ਆਨੰਦ ਤੁਸੀਂ ਪ੍ਰਾਪਤ ਕਰਦੇ ਹੋ। ਉਹ ਆਨੰਦ ਜਿਹੜਾ ਕਿ ਸੰਸਾਰਕ ਅਵਸਥਾ ਦੇ ਵਿੱਚ ਕਦੇ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਸੰਸਾਰਕ ਵਰਤਾਰਿਆਂ ਦੇ ਵਿੱਚ ਵਿਚਰਦੇ ਹੋਏ ਅਸੀਂ ਕਦੇ ਵੀ ਉਹ ਮੁਕਤੀ ਵਾਲਾ ਆਨੰਦ, ਉਹ ਆਤਮਿਕ ਅਡੋਲਤਾ ਵਾਲਾ ਆਨੰਦ ਹਾਸਲ ਨਹੀਂ ਕਰ ਸਕਦੇ। ਜਿਨ ਪਾਇਆ ਗੁਰ ਦੇਖ ਦਿਖਾਇਆ, ਜਿਨ੍ਹਾਂ ਨੇ ਉਹ ਆਨੰਦ, ਉਹ ਪ੍ਰਮਾਤਮਾ ਪ੍ਰਾਪਤ ਕੀਤਾ ਹੈ, ਉਹਨਾਂ ਨੇ ਗੁਰੂ ਨੇ ਖੁਦ ਉਹ ਪ੍ਰਮਾਤਮਾ ਦਿਖਾਇਆ ਹੈ, ਉਹਦੇ ਦਰਸ਼ਨ ਕਰਵਾਏ ਹਨ। ਆਸਾ ਮਾਹੇ ਨਿਰਾਸ ਬੁਝਾਇਆ, ਉਹ ਆਸਾ ਦੇ ਵਿੱਚ ਰਹਿੰਦੇ ਹੋਏ ਹੀ ਨਿਰਾਸ ਹੋ ਜਾਂਦਾ ਹੈ। ਉਹ ਇਸ ਸੰਸਾਰ ਦੇ ਵਿੱਚ ਵਿਚਰਦੇ ਹੋਏ ਹੀ ਮਾਇਆ ਦੇ ਪ੍ਰਭਾਵ ਤੋਂ ਦੂਰ ਹੋ ਜਾਂਦਾ ਹੈ, ਬਚ ਜਾਂਦਾ ਹੈ। ਦੀਨਾਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਨੀ ਮਨ ਰਾਤਾ। ਦੀਨਾਨਾਥ ਸਰਬ ਸੁਖ ਦਾਤਾ, ਇਹਨਾਂ ਚਾਰਾਂ ਸ਼ਬਦਾਂ ਦੇ ਰਾਹੀਂ ਉਸ ਪ੍ਰਮਾਤਮਾ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਹ ਪ੍ਰਮਾਤਮਾ ਜੋ ਹੈ ਸਰਬ ਸੁਖ ਦਾਤਾ ਹੈ, ਸਾਰਿਆਂ ਨੂੰ ਸੁੱਖ ਵੰਡਣ ਵਾਲਾ ਹੈ, ਸਾਰਿਆਂ ਦਾ ਦੀਨ ਹੈ। ਤੇ ਉਹ ਮਨੁੱਖ ਜਿਹਦਾ ਅਸੀਂ ਆਪਾਂ ਪਿਛਲੀਆਂ ਪੰਕਤੀਆਂ ਦੇ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾ ਕੇ ਉਸ ਮੁਕਤੀ ਦੀ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਹਰ ਚਰਨੀ ਮਨ ਰਾਤਾ, ਉਹਦਾ ਮਨ ਹਮੇਸ਼ਾ ਹੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲੱਗਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਪ੍ਰਮਾਤਮਾ ਦੀ ਭਗਤੀ ਦੇ ਵਿੱਚ ਰੰਗਿਆ ਰਹਿੰਦਾ ਹੈ। ਗੌੜੀ ਚੇਤੀ ਮਹਿਲਾ ਪਹਿਲਾ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ, ਲਬ ਲੋਭ ਮੁਚ ਕੂੜ ਕਮਾਵੈ, ਬਹੁਤ ਉਠਾਵੈ ਭਾਰੋ। ਕਹਿੰਦੇ ਜੋ ਮਨੁੱਖੀ ਸਰੀਰ ਹੈ, ਕਾਇਆ ਤੋਂ ਭਾਵ ਸਰੀਰ, ਕਿ ਜੋ ਮਨੁੱਖੀ ਸਰੀਰ ਹੈ ਉਹ ਆਪਣੇ ਆਪ ਨੂੰ ਅਮਰ ਸਮਝਦਾ ਹੈ, ਆਪਣੇ ਆਪ ਨੂੰ ਅਮਰ ਜਾਣ ਕੇ ਸੁੱਖ ਮਾਣਦਾ ਰਹਿੰਦਾ ਹੈ। ਕਿਉਂਕਿ ਜੋ ਸਾਡਾ ਸਰੀਰ ਹੈ, ਮੇਨ ਗੱਲ ਇੱਥੇ ਇਹ ਕੀਤੀ ਜਾ ਰਹੀ ਹੈ ਕਿ ਜੋ ਸਾਡਾ ਸਰੀਰ ਹੈ ਉਹਨੂੰ ਹਮੇਸ਼ਾ ਕਿਸੇ ਨਾ ਕਿਸੇ ਸੁੱਖ ਦੀ ਤਾਂਘ ਰਹਿੰਦੀ ਹੈ। ਜਿਸ ਤਰ੍ਹਾਂ ਕਿ ਇੱਕ ਦੋ ਅੰਗ ਪਹਿਲਾਂ ਹੀ ਅਸੀਂ ਗੱਲ ਕਰ ਰਹੇ ਸਾਂ ਕਿ ਜੋ ਸਾਡੀ ਜੀਭ ਹੈ ਉਸ ਨੂੰ ਸਵਾਦਲੇ ਭੋਜਨਾਂ ਦਾ ਚਸਕਾ ਹੈ ਤੇ ਮਿੱਠੇ ਬੋਲ ਬੋਲਣ ਦਾ ਚਸਕਾ ਹੈ। ਜੋ ਸਾਡੇ ਕੰਨ ਹਨ ਉਹਨਾਂ ਨੂੰ ਚੰਗੇ ਬੋਲ, ਮਧੁਰ ਆਵਾਜ਼ਾਂ ਸੁਣਨ ਦਾ ਚਸਕਾ ਹੈ। ਇਸੇ ਤਰ੍ਹਾਂ ਹੀ ਅੱਖਾਂ ਨੂੰ, ਇਸੇ ਤਰ੍ਹਾਂ ਹੀ ਬਾਕੀ ਦੇ ਸਾਰੇ ਸਰੀਰ ਨੂੰ ਵੀ ਵੱਖ-ਵੱਖ ਚਸਕੇ ਲੱਗੇ ਹੋਏ ਹਨ। ਜੋ ਸਾਡਾ ਸਰੀਰ ਹੈ ਇਹ ਸਦਾ ਹੀ ਆਨੰਦ ਮਾਣਨਾ ਚਾਹੁੰਦਾ ਹੈ, ਇਹ ਗੱਲ ਨਹੀਂ ਜਾਣਦਾ ਕਿ ਬਾਜੀ ਇਹ ਸੰਸਾਰੋ, ਕਿ ਇਹ ਜੋ ਸੰਸਾਰ ਹੈ ਇਹ ਖੇਡ ਹੈ ਤੇ ਇੱਕ ਦਿਨ ਇਹ ਖੇਡ ਪੂਰੀ ਹੋ ਜਾਣੀ ਹੈ। ਲਬ ਲੋਭ ਮੁਚ ਕੂੜ ਕਮਾਵੈ, ਜੋ ਸਰੀਰ ਹੈ ਉਹ ਲਬ ਲੋਭ ਦੇ ਵਿੱਚ ਲੱਗਿਆ ਰਹਿੰਦਾ ਹੈ, ਕੂੜ ਕਮਾਉਂਦਾ ਹੈ, ਝੂਠ ਬੋਲਦਾ ਹੈ ਤੇ ਅਜਿਹਾ ਕਰਕੇ ਬਹੁਤ ਉਠਾਵੈ ਭਾਰੋ, ਤੇ ਬਹੁਤ ਤਰ੍ਹਾਂ ਦਾ ਇਹ ਜੋ ਮਾਨਸਿਕ ਭਾਰ ਹੈ ਅਸੀਂ ਆਪਣੇ ਉੱਪਰ ਚੱਕੀ ਰੱਖਦੇ ਹਾਂ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉ ਧਰ ਉੱਪਰ ਛਾਰੋ। ਕਹਿੰਦੇ ਕਿ ਹੇ ਮੇਰੇ ਸਰੀਰ, ਮੈਂ ਤੇਰੇ ਵਰਗੇ ਇਸ ਧਰਤੀ ਦੇ ਉੱਪਰ ਸਵਾਹ ਦੇ ਵਾਂਗ ਰੁਲਦੇ ਵੇਖੇ ਹਨ। ਹੁਣ ਜੇ ਵੇਖਿਆ ਜਾਵੇ ਤੇ ਸਾਡਾ ਸਰੀਰ ਵੀ ਅੰਤ ਨੂੰ ਸਵਾਹ ਹੀ ਹੋ ਜਾਣਾ ਹੈ। ਇਸੇ ਲਈ ਅੱਗੇ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਸੁਣ ਸੁਣ ਸਿੱਖ ਹਮਾਰੀ, ਸੁਕਰਤ ਕੀਤਾ ਰਹਿਸੀ ਮੇਰੇ ਜੀਅੜੇ, ਬਹੁੜ ਨਾ ਆਵੈ ਵਾਰੀ ਰਹਾਓ। ਸੁਣ ਸੁਣ ਸਿੱਖ ਹਮਾਰੀ, ਕਿ ਹੇ ਮੇਰੇ ਸਰੀਰ, ਹੇ ਮੇਰੀ ਕਾਇਆ, ਤੂੰ ਮੇਰੀ ਇਹ ਸਿੱਖਿਆ ਧਿਆਨ ਦੇ ਨਾਲ ਸੁਣ। ਸੁਕਰਤ ਕੀਤਾ ਰਹਿਸੀ ਮੇਰੇ ਜੀਅੜੇ, ਕਿ ਮੇਰੇ ਜੀਅੜੇ, ਮੇਰੇ ਸਰੀਰ, ਮੇਰੀ ਇਹ ਜਿੰਦੇ, ਜੋ ਅਸੀਂ ਚੰਗੇ ਕਰਮ ਕਰਦੇ ਹਾਂ, ਚੰਗਾ ਕਰਮ ਕਮਾਉਂਦੇ ਹਾਂ, ਉਹ ਸਾਡੇ ਨਾਲ ਰਹਿੰਦਾ ਹੈ। ਇਹ ਮਨੁੱਖਾ ਜਨਮ ਸਾਨੂੰ ਬੜੀ ਮੁਸ਼ਕਿਲ ਦੇ ਨਾਲ ਮਿਲਿਆ ਹੈ, ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਚੰਗੇ ਕਰਮ ਕਰਦੇ ਰਹੀਏ, ਕਿਉਂਕਿ ਬਹੁੜ ਨਾ ਆਵੈ ਵਾਰੀ, ਦੁਬਾਰਾ ਵਾਰੀ ਆਉਣੀ ਬਹੁਤ ਔਖੀ ਹੈ। ਇੱਕ ਵਾਰੀ ਜੇ ਇਹ ਮਨੁੱਖਾ ਜਨਮ ਸਾਡੇ ਹੱਥੋਂ ਖੁੱਸ ਗਿਆ ਤਾਂ ਦੁਬਾਰਾ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਕਿਹਾ ਨਹੀਂ ਜਾ ਸਕਦਾ। ਤੇ ਮਨੁੱਖੇ ਜਨਮ ਨੂੰ ਉੱਤਮ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਮਨੁੱਖ ਦੇ ਕੋਲ ਜੋ ਸੋਚਣ ਸ਼ਕਤੀ ਹੈ
ਉਹ ਦੂਜੇ ਜੀਵਾਂ ਦੇ ਕੋਲ ਨਹੀਂ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਜੋ ਵੀ ਇਸ ਧਰਤੀ ਦੇ ਉੱਪਰ ਜੀਵ ਵਸਰ ਰਹੇ ਹਨ, ਸਾਰਿਆਂ ਦੇ ਕੋਲ ਸੋਚਣ ਸ਼ਕਤੀ ਹੈ, ਪਰ ਜ਼ਿਆਦਾਤਰ ਜੋ ਜੀਵ ਹਨ ਉਹਨਾਂ ਕੋਲੇ ਸਿਰਫ ਇੰਨੀ ਕੁ ਸੋਚਣ ਸ਼ਕਤੀ ਹੈ ਕਿ ਉਹਨਾਂ ਨੇ ਆਪਣਾ ਭੋਜਨ ਕਿੱਥੋਂ ਲੈਣਾ ਹੈ ਤੇ ਆਪਣੇ ਆਪ ਨੂੰ ਜੀਵਤ ਕਿਵੇਂ ਰੱਖਣਾ ਹੈ। ਜਿਸ ਪ੍ਰਕਾਰ ਦੇ ਇਮੋਸ਼ਨਸ, ਭਾਵਨਾਵਾਂ ਮਨੁੱਖ ਦੇ ਵਿੱਚ ਹਨ, ਜਿੰਨੀਆਂ ਕੰਪਲੈਕਸ ਨੇ ਉਹ, ਉਨੀਆਂ ਕੰਪਲੈਕਸ ਭਾਵਨਾਵਾਂ ਦੂਜੇ ਜੀਵਾਂ ਦੇ ਵਿੱਚ ਨਹੀਂ ਹਨ। ਇਸੇ ਲਈ ਮਨੁੱਖੇ ਜੀਵਨ ਨੂੰ ਉੱਤਮ ਮੰਨਿਆ ਜਾਂਦਾ ਹੈ ਤੇ ਗੁਰੂ ਜੀ ਕਹਿ ਰਹੇ ਨੇ ਕਿ ਬਹੁਰ ਨਾ ਆਵੈ ਵਾਰੀ, ਕਿ ਦੁਬਾਰਾ ਵਾਰੀ ਨਹੀਂ ਆਉਂਦੀ, ਛੇਤੀ ਨਹੀਂ ਆਉਂਦੀ ਜਾਂ ਸੌਖੀ ਨਹੀਂ ਆਉਂਦੀ। ਇਸ ਲਈ ਜੋ ਮਨੁੱਖਾ ਜਨਮ ਸਾਨੂੰ ਮਿਲਿਆ ਹੈ, ਸਾਨੂੰ ਇਹਦੇ ਅੰਦਰ ਰਹਿੰਦੇ ਹੋਏ ਚੰਗੇ ਕਰਮ ਕਮਾਉਣੇ ਚਾਹੀਦੇ ਹਨ, ਚੰਗੇ ਕਰਮ ਕਰਨੇ ਚਾਹੀਦੇ ਹਨ, ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾ ਕੇ ਜਿਉਣਾ ਚਾਹੀਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 154ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ, ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਕਿਰਪਾ ਕਰਕੇ ਅੱਗੇ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕ ਵੀ ਗੁਰੂ ਦੀ ਬਾਣੀ ਦਾ ਲਾਹਾ ਲੈ ਸਕਣ, ਗੁਰੂ ਦੀ ਬਾਣੀ ਦੇ ਨਾਲ ਜੁੜ ਸਕਣ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।